ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਅਲ ਅਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਅਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਬਾਰਡਰ ਪੈਟਰੋਲਿੰਗ ਏਜੰਟਾਂ ਨੇ 69 ਪ੍ਰਵਾਸੀਆਂ ਨੂੰ ਲਿਆ ਹਿਰਾਸਤ ਵਿੱਚ। ਨਿਊਜ਼ੀਲੈਂਡ ਵਿੱਚ ਅਗਲੇ ਸਾਲ 50,000 ਤੋਂ ਵੱਧ ਭਾਰਤੀ ਕਾਮੇ ਹੋ ਸਕਦੇ ਹਨ ਪੱਕੇ। UAE ਦਾ ਪਾਸਪੋਰਟ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ, ਗਲੋਬਲ ਰੈਂਕਿੰਗ ਵਿੱਚ ਭਾਰਤ ਨੂੰ ਝਟਕਾ। ਆਸਟ੍ਰੇਲੀਅਨ ਸਿਟੀਜ਼ਨ PR ਤੋਂ ਬਾਅਦ ਸ਼ੁਰੂ ਹੋਈ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਾਪਸੀ। ਅਮਰੀਕਾ ਨੂੰ ਚੀਨ ਵੱਲੋਂ ਸਿੱਧੀ ਚੁਣੌਤੀ, ਤਾਇਵਾਨ ਕੋਲ 3 ਦਿਨ ਵਿੱਚ ਭੇਜੇ 93 ਫਾਈਟਰ ਜੈਟ। ਖਿਡਾਰੀਆਂ ਨੂੰ ਖੇਡ ਖੇਤਰਾਂ ਵਿੱਚ ਉਤਸ਼ਾਹਿਤ ਕਰਨ ਲਈ ਡਾਕਟਰ ਓਬਰਾਏ ਵੱਲੋਂ ਅਕੈਡਮੀਆਂ ਨੂੰ ਬਾਕਸਿੰਗ ਰਿੰਗ ਕੀਤਾ ਗਿਆ ਪੇਂਟ। ਲਖੀਮਪੁਰ ਵਿੱਚ ਕਿਸਾਨਾਂ ਅਤੇ ਪ੍ਰਸ਼ਾਸਨ ਦਰਮਿਆਨ ਹੋਇਆ ਸਮਝੌਤਾ। 1 ਮਹੀਨੇ ਵਿੱਚ ਅਜਿਹਾ ਨਾ ਹੋਇਆ ਤਾਂ ਫਿਰ ਉਤਰਨਗੇ ਸੜਕਾਂ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। US ਬਾਰਡਰ ਪੈਟਰੋਲਿੰਗ ਅਧਿਕਾਰੀਆਂ ਨੇ ਲਾਸ ਕਰੂਸ ਵਿਖੇ ਇਮੀਗ੍ਰੇਸ਼ਨ ਚੈੱਕ ਪੁਆਇੰਟ ਤੇ ਇੱਕ ਟਰੱਕ ਟ੍ਰੇਲਰ ਵਿੱਚੋਂ 69 ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਇਸ ਇਲਾਕੇ ਦੇ ਅਧਿਕਾਰੀਆਂ ਨੇ ਜਦੋਂ ਬਾਰਡਰ ਵਾਲੇ ਪਾਸਿਓਂ ਆਉਂਦੇ ਇੱਕ ਟਰੱਕ ਨੂੰ ਰੋਕਿਆ ਤਾਂ ਡਰਾਈਵਰ ਦੀ ਘਬਰਾਹਟ ਦੇਖਦਿਆਂ ਅਧਿਕਾਰੀਆਂ ਨੇ ਟਰੱਕ ਦੀ ਤਲਾਸ਼ੀ ਲਈ, ਜਿਸ ਵਿੱਚੋਂ 69 ਲੋਕਾਂ ਨੂੰ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਦਾਖਲ ਹੁੰਦੇ ਹੋਏ ਹਿਰਾਸਤ ਵਿੱਚ ਲੈ ਲਿਆ ਗਿਆ। ਅਧਿਕਾਰੀਆਂ ਨੇ ਇਸ ਟਰੱਕ ਵਿੱਚੋਂ $11,000 ਦੀ ਨਕਦੀ ਵੀ ਬਰਾਮਦ ਕੀਤੀ ਹੈ। ਹਿਰਾਸਤ ਵਿੱਚ ਲਏ ਪ੍ਰਵਾਸੀਆਂ ਨੇ ਦੱਸਿਆ ਕਿ ਉਹ ਪੈਸੇ ਦੇ ਕੇ ਬਾਰਡਰ ਪਾਰ ਕਰ ਰਹੇ ਸਨ। ਅਧਿਕਾਰੀਆਂ ਨੇ ਅਮਰੀਕੀ ਡਰਾਈਵਰ ਨੂੰ ਮਨੁੱਖੀ ਤਸਕਰੀ ਕਰਨ ਦੇ ਜੁਰਮ ਹੇਠ ਗ੍ਰਿਫਤਾਰ ਕਰ ਲਿਆ ਅਤੇ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਦੇ ਹਵਾਲੇ ਕਰ ਦਿੱਤਾ ਹੈ। ਹਿਰਾਸਤ ਵਿੱਚ ਲਏ ਗਏ ਪ੍ਰਵਾਸੀ ਕਾਫੀ ਨਾਜ਼ੁਕ ਹਾਲਾਤ ਵਿੱਚ ਸਨ। ਉਹਨਾਂ ਨੂੰ ਇੱਕ ਦੂਜੇ ਉੱਪਰ ਲਟਾ ਕੇ ਬਾਰਡਰ ਪਾਰ ਕਰਵਾਇਆ ਜਾ ਰਿਹਾ ਸੀ। ਨਿਊਜ਼ੀਲੈਂਡ ਸਰਕਾਰ ਵੱਲੋਂ ਬੀਤੀ 30 ਸਤੰਬਰ ਨੂੰ ਯੁਕਮੁਸ਼ਤ 2021 ਰੈਜ਼ੀਡੈਂਟ ਵੀਜ਼ਾ ਸਕੀਮ ਦਾ ਐਲਾਨ ਕੀਤਾ ਗਿਆ ਸੀ। ਇਹ ਸਕੀਮ ਇੱਕ ਵਾਰ ਲਈ ਕੱਢੀ ਗਈ ਹੈ। ਇਸ ਤਹਿਤ ਅਗਲੇ ਸਾਲ 1,65,000 ਉਹ ਲੋਕ ਪੱਕੇ ਹੋ ਜਾਣਗੇ ਜਿਸ ਨੂੰ ਨਿਊਜ਼ੀਲੈਂਡ ਰਹਿੰਦਿਆਂ ਨੂੰ 3 ਸਾਲ ਤੋਂ ਜ਼ਿਆਦਾ ਹੋ ਗਏ ਹੋਣ, ਜਾਂ ਪ੍ਰਤੀ ਘੰਟਾ $27 ਜਾਂ ਇਸ ਤੋਂ ਵੱਧ ਕਮਾ ਰਿਹਾ ਹੋਵੇ, ਜਾਂ ਸਕਿੱਲ ਸ਼ਾਰਟੇਜ ਲਿਸਟ ਦੇ ਵਿੱਚ ਕੰਮ ਕਰਦਾ ਹੋਵੇ, ਜਾਂ ਆਪਣੇ ਕਿੱਤੇ ਦੀ ਰਜਿਸਟ੍ਰੇਸ਼ਨ ਹੋਈ ਹੋਵੇ ਅਤੇ ਉਹ ਸਿਹਤ ਅਤੇ ਸਿੱਖਿਆ ਖੇਤਰ ਵਿੱਚ ਕੰਮ ਕਰਦਾ ਹੋਵੇ, ਜਾਂ ਨਿੱਜੀ ਦੇਖਭਾਲ ਖੇਤਰ ਜਾਂ ਨਾਜ਼ੁਕ ਸਿਹਤ ਵਾਲੇ ਵਿਅਕਤੀਆਂ ਲਈ ਸਿਹਤ ਕਰਮਚਾਰੀਆਂ ਦੀ ਭੂਮਿਕਾ ਹੋਵੇ, ਜਾਂ ਪ੍ਰਾਇਮਰੀ ਉਦਯੋਗ ਦੇ ਵਿੱਚ ਖਾਸ ਰੋਲ ਅਦਾ ਕਰ ਰਿਹਾ ਹੋਵੇ। ਇਸ ਸਕੀਮ ਦੇ ਤਹਿਤ ਇੱਥੇ ਰਹਿੰਦੇ ਭਾਰਤੀਆਂ ਦੀ ਗਿਣਤੀ ਦਾ ਲੇਖਾ ਜੋਖਾ ਕੀਤਾ ਜਾਵੇ ਤਾਂ ਇਹ ਗਿਣਤੀ ਲਗਭਗ 50 ਤੋਂ 60,000 ਦੇ ਕਰੀਬ ਬਣਦੀ ਹੈ। ਇੰਡੀਅਨ ਵੀਕੈਂਡਰ ਅਖਬਾਰ ਵੱਲੋਂ ਪ੍ਰਾਪਤ ਕੀਤੇ ਗਏ ਅੰਕੜੇ ਦੱਸਦੇ ਨੇ ਕਿ ਬੀਤੀ ਜੁਲਾਈ ਦੇ ਅੰਤ ਤੱਕ ਇੱਥੇ 46,335 ਭਾਰਤੀ ਕਾਮੇ ਵਰਕ ਵੀਜ਼ੇ ਉੱਤੇ ਸਨ। 9,045 ਭਾਰਤੀ ਲੋਕ ਅਜਿਹੇ ਹਨ ਜਿਨ੍ਹਾਂ ਦੀਆਂ ਅਰਜ਼ੀਆਂ ਪੱਕੇ ਹੋਣ ਵਾਸਤੇ ਸਕਿਲਡ ਮਾਈਗ੍ਰਾਂਟ ਕੈਟਾਗਰੀ ਅਤੇ ਫੈਮਿਲੀ ਕੈਟਾਗਰੀ ਦੇ ਵਿੱਚ ਲੱਗੀਆਂ ਹਨ। ਇਸ ਤੋਂ ਇਲਾਵਾ 7,380 ਅਜਿਹੇ ਲੋਕ ਵੀ ਹਨ ਜਿਹੜੇ ਪਿਛਲੇ ਪੜ੍ਹਾਈ ਵੀਜ਼ੇ ਉੱਤੇ ਸਨ। ਪਿਛਲੇ ਕੁਝ ਮਹੀਨਿਆਂ ਦੇ ਵਿੱਚ ਇਹ ਅੰਕੜੇ ਕੁਝ ਉੱਪਰ ਥੱਲੇ ਵੀ ਹੋਏ ਹੋਣਗੇ, ਪਰ ਫਿਰ ਵੀ ਪੱਕੇ ਹੋਣ ਲਈ ਯੋਗ ਹੋਣ ਵਾਲਿਆਂ ਦੀ ਗਿਣਤੀ 50,000 ਤੋਂ ਉੱਪਰ ਬਣਦੀ ਨਜ਼ਰ ਆ ਰਹੀ ਹੈ। ਪਾਸਪੋਰਟ ਅਤੇ ਬਾਕੀ ਕਾਗਜ਼ਾਤ ਤਿਆਰ ਰੱਖੋ। ਭਵਿੱਖ ਦੇ ਵਿੱਚ ਪੱਕੇ ਹੋਣ ਵਾਲੀਆਂ ਅਰਜ਼ੀਆਂ ਦੇ ਲਈ ਲੋਕਾਂ ਨੇ ਕਾਗਜ਼ਾਤ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਹਨ। ਨਿਰਧਾਰਤ ਮਿਆਦ ਵਾਲਾ ਪਾਸਪੋਰਟ PCC ਸਥਾਨਕ ਜਾਂ ਲੋੜ ਪੈਣ ਉੱਤੇ ਪਿਛਲੇ ਵਤਨ ਦੀ ਸਿਹਤ ਸੰਬੰਧੀ ਮੁੱਢਲੀ ਚੈੱਕ ਅਤੇ ਕਿਰਦਾਰ ਸੰਬੰਧੀ ਪਾਸ ਹੋਣਾ ਲਾਜ਼ਮੀ ਹੈ। ਕੁਝ ਲੋਕਾਂ ਲਈ ਮੈਡੀਕਲ ਸਰਟੀਫਿਕੇਟ ਅਤੇ ਛਾਤੀ ਦਾ ਐਕਸਰਾ ਮੰਗਿਆ ਜਾ ਸਕਦਾ ਹੈ। ਇਮੀਗ੍ਰੇਸ਼ਨ ਵਾਲੇ ਕੇਸ ਦੇ ਹਿਸਾਬ ਨਾਲ ਬਾਕੀ ਕਾਗਜ਼ਾਂ ਦੀ ਵੀ ਮੰਗ ਕਰ ਸਕਦੇ ਹਨ। ਸੰਯੁਕਤ ਅਰਬ ਅਮੀਰਾਤ ਦਾ ਪਾਸਪੋਰਟ ਇੱਕ ਵਾਰ ਫਿਰ ਦੁਨੀਆ ਵਿੱਚ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਬਣ ਗਿਆ। ਆਰਟ ਐਂਡ ਕੈਪੀਟਲ ਵੱਲੋਂ ਜਾਰੀ ਗਲੋਬਲ ਪਾਸਪੋਰਟ ਇੰਡੈਕਸ ਨੇ ਹਾਈਐਸਟ ਮੋਬਿਲਿਟੀ ਸਕੋਰ ਹਾਸਲ ਕਰਨ ਲਈ UAE ਦੇ ਪਾਸਪੋਰਟ ਨੂੰ ਦੁਨੀਆ ਵਿੱਚ ਪਹਿਲਾ ਸਥਾਨ ਦਿੱਤਾ ਹੈ, ਜੋ 152 ਦੇਸ਼ਾਂ ਵਿੱਚ ਪ੍ਰਵੇਸ਼ ਦੀ ਆਗਿਆ ਦਿੰਦਾ ਹੈ। ਇਸ ਤੋਂ ਇਲਾਵਾ 98 ਦੇਸ਼ਾਂ ਵੀਜ਼ਾ ਮੁਕਤ ਪ੍ਰਵੇਸ਼ ਦਾ ਪ੍ਰਸਤਾਵ ਦਿੰਦੇ ਨੇ। 54 ਦੇਸ਼ ਵੀਜ਼ਾ ਔਨ ਅਰਾਈਵਲ ਦਿੰਦੇ ਹਨ ਅਤੇ 46 ਦੇਸ਼ਾਂ ਵਿੱਚ ਪ੍ਰਵੇਸ਼ ਤੋਂ ਪਹਿਲਾਂ ਵੀਜ਼ਾ ਦੀ ਜ਼ਰੂਰਤ ਹੁੰਦੀ ਹੈ। UAE ਦਾ ਪਾਸਪੋਰਟ ਦਸੰਬਰ 2018 ਵਿੱਚ ਪਹਿਲੀ ਵਾਰ ਸਭ ਤੋਂ ਮਜ਼ਬੂਤ ਪਾਸਪੋਰਟ ਬਣਿਆ ਸੀ। 2019 ਵਿੱਚ ਇਸਨੇ ਆਪਣੇ ਰੈਂਕ ਨੂੰ ਬਰਕਰਾਰ ਰੱਖਿਆ, ਪਰ 2020 ਵਿੱਚ ਇਹ ਫਿਸਲ ਕੇ 14ਵੇਂ ਸਥਾਨ ਤੇ ਆ ਗਿਆ। ਹੁਣ 2021 ਵਿੱਚ ਪਾਸਪੋਰਟ ਨੇ ਇੱਕ ਵਾਰ ਫਿਰ ਪਹਿਲਾ ਸਥਾਨ ਹਾਸਲ ਕਰ ਲਿਆ ਹੈ ਅਤੇ ਦੁਨੀਆ ਵਿੱਚ ਸਭ ਤੋਂ ਮਜ਼ਬੂਤ ਪਾਸਪੋਰਟ ਬਣ ਗਿਆ ਹੈ। UAE ਨੇ ਇਸ ਸਾਲ ਦੀ ਸ਼ੁਰੂਆਤ ਵਿੱਚ
ਨਾਗਰਿਕਤਾ ਕਾਨੂੰਨ ਵਿੱਚ ਸੋਧ ਨੂੰ ਮਨਜ਼ੂਰੀ ਦਿੱਤੀ, ਜਿਸ ਨਾਲ ਨਿਵੇਸ਼ਕਾਂ, ਪੇਸ਼ੇਵਰਾਂ, ਵਿਸ਼ੇਸ਼ ਪ੍ਰਤਿਭਾ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਕੁਝ ਸ਼ਰਤਾਂ ਤਹਿਤ UAE ਦੀ ਨਾਗਰਿਕਤਾ ਅਤੇ ਪਾਸਪੋਰਟ ਹਾਸਲ ਕਰਨ ਦੀ ਇਜਾਜ਼ਤ ਮਿਲੀ। ਸੰਯੁਕਤ ਅਰਬ ਅਮੀਰਾਤ ਤੋਂ ਬਾਅਦ ਨਿਊਜ਼ੀਲੈਂਡ ਦੂਜਾ ਸਭ ਤੋਂ ਮਜ਼ਬੂਤ ਪਾਸਪੋਰਟ ਹੈ, ਜੋ 140 ਦੇਸ਼ਾਂ ਵਿੱਚ ਪ੍ਰਵੇਸ਼ ਦੀ ਇਜਾਜ਼ਤ ਦਿੰਦਾ ਹੈ। ਤੀਜੇ ਨੰਬਰ ਤੇ ਜਰਮਨੀ, ਫਿਨਲੈਂਡ, ਆਸਟ੍ਰੇਲੀਆ, ਲਕਸਮਬਰਗ, ਸਪੇਨ, ਇਟਲੀ, ਸਵਿਟਜ਼ਰਲੈਂਡ, ਦੱਖਣੀ ਕੋਰੀਆ ਤੇ ਆਸਟ੍ਰੇਲੀਆ ਆਉਂਦੇ ਨੇ। ਇਹਨਾਂ ਦੇ ਪਾਸਪੋਰਟ ਧਾਰਕ 144 ਦੇਸ਼ਾਂ ਵਿੱਚ ਪ੍ਰਵੇਸ਼ ਕਰ ਸਕਦੇ ਹਨ। ਪਾਸਪੋਰਟ ਦੀ ਰੈਂਕਿੰਗ ਧਾਰਕਾਂ ਦੀ ਆਵਾਜਾਈ ਦੀ ਆਜ਼ਾਦੀ ਅਤੇ ਵੀਜ਼ਾ ਮੁਕਤ ਯਾਤਰਾ ਤੇ ਆਧਾਰਿਤ ਹੈ। ਕੋਵਿਡ-19 ਮਹਾਮਾਰੀ ਦੇ ਬਾਅਦ ਦੇਸ਼ਾਂ ਵਿਚਾਲੇ ਵੀਜ਼ਾ ਸੰਬੰਧੀ ਨਿਯਮ ਬਦਲਣ ਦੇ ਬਾਅਦ ਰੈਂਕਿੰਗ ਵਿੱਚ ਬਦਲਾਅ ਕੀਤਾ ਗਿਆ ਹੈ। ਭਾਰਤੀ ਪਾਸਪੋਰਟ ਨੂੰ ਇਸ ਵਿੱਚ 72ਵਾਂ ਸਥਾਨ ਹਾਸਲ ਹੋਇਆ ਹੈ। ਵਿਸ਼ਵ ਪੱਧਰ ਤੇ ਅਫਗਾਨਿਸਤਾਨ ਦਾ ਪਾਸਪੋਰਟ ਸਭ ਤੋਂ ਕਮਜ਼ੋਰ ਹੈ। ਇਸ ਤੋਂ ਬਾਅਦ ਇਰਾਕ, ਸੀਰੀਆ, ਪਾਕਿਸਤਾਨ, ਸੋਮਾਲੀਆ, ਯਮਨ, ਮਿਆਂਮਾਰ, ਫਲਸਤੀਨ ਪ੍ਰਦੇਸ਼, ਇਟੀਰੀਆ ਅਤੇ ਈਰਾਨ ਹਨ। ਆਸਟ੍ਰੇਲੀਆਈ ਸਰਕਾਰ ਵੱਲੋਂ ਆਸਟ੍ਰੇਲੀਅਨ ਨਾਗਰਿਕ PR ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵਾਪਸ ਲੰਘਾਉਣ ਨੂੰ ਵੀ ਇਸ਼ਾਰਾ ਦਿੱਤਾ ਹੈ। ਦੱਸਣਯੋਗ ਹੈ ਕਿ ਮਾਰਚ 2020 ਵਿੱਚ ਬਾਰਡਰ ਬੰਦ ਹੋਣ ਕਰਕੇ 26,500 ਆਸਟ੍ਰੇਲੀਅਨ ਲੋਕ ਵਾਪਸ ਘਰ ਨੂੰ ਆਉਣ ਦੀ ਤਾਂਘ ਵਿੱਚ ਬੈਠੇ ਹਨ, ਜਿਨ੍ਹਾਂ ਵਿੱਚ ਹੁਣ ਵੀ 10,000 ਤੋਂ ਵੱਧ ਅਜੇ ਭਾਰਤ ਵਿੱਚ ਹਨ। ਇਹ ਵਾਪਸ ਪਰਤਣ ਲਈ ਉਡੀਕ ਕਰ ਰਹੇ ਨੇ। ਸ਼੍ਰੀ ਮੋਰੋਸ਼ਨ ਨੇ ਕਿਹਾ ਕਿ 80% ਟੀਕੇ ਤੋਂ ਬਾਅਦ ਆਉਣ ਜਾਣ ਲਈ ਇੱਕ ਪ੍ਰਣਾਲੀ ਤਿਆਰ ਕਰ ਰਹੀ ਹੈ। ਸਭ ਤੋਂ ਪਹਿਲੇ ਪ੍ਰੋਗਰਾਮ ਅਧੀਨ ਨਾਗਰਿਕ ਅਤੇ ਸਥਾਈ ਵਸਨੀਕਾਂ ਦੇ ਨਾਲ-ਨਾਲ ਹੁਨਰਮੰਦ ਪ੍ਰਵਾਸੀਆਂ ਨੂੰ ਬੁਲਾਇਆ ਜਾਏਗਾ। ਇਸ ਉਪਰੰਤ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਲਿਆਉਣ ਲਈ ਕੰਮ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਅਜੇ ਵੀ ਆਸਟ੍ਰੇਲੀਆ ਕੋਵਿਡ ਦੇ ਘੇਰੇ ਅੰਦਰ ਹੈ ਅਤੇ ਕਈ ਸੂਬਿਆਂ ਵਿੱਚ ਤਾਲਾਬੰਦੀ ਹੈ। ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਕ੍ਰਿਸਮਸ ਤੇ ਬਾਹਰ ਫਸੇ ਆਸਟ੍ਰੇਲੀਅਨ ਨਾਗਰਿਕ ਇੱਥੇ ਇਕੱਠੇ ਜ਼ਰੂਰ ਹੋਣ। ਚੀਨ ਦੀ ਫੌਜ ਨੇ ਅਮਰੀਕੀ ਚੇਤਾਵਨੀ ਨੂੰ ਦਰਕਿਨਾਰ ਕਰਦੇ ਹੋਏ ਤਾਇਵਾਨ ਵਿਰੁੱਧ ਆਪਣੇ ਸ਼ਕਤੀ ਪ੍ਰਦਰਸ਼ਨ ਨੂੰ ਜਾਰੀ ਰੱਖਿਆ। ਚੀਨ ਦੀ ਫੌਜ PLA ਨੇ 3 ਦਿਨ ਵਿੱਚ 93 ਫਾਈਟਰ ਜੈਟ ਤਾਇਵਾਨ ਦੇ ਹਵਾਈ ਖੇਤਰ ਵਿੱਚ ਭੇਜੇ ਹਨ। ਮੰਨਿਆ ਜਾ ਰਿਹਾ ਹੈ ਕਿ ਚੀਨੀ ਜਹਾਜ਼ਾਂ ਨੇ ਤਾਇਵਾਨ ਦੇ ਬਹਾਨੇ ਅਮਰੀਕਾ ਨੂੰ ਆਪਣੀ ਫੌਜੀ ਤਾਕਤ ਦਾ ਅਹਿਸਾਸ ਕਰਵਾਇਆ ਹੈ, ਜੋ ਇਸ ਇਲਾਕੇ ਵਿੱਚ ਉਸ ਦਾ ਸਭ ਤੋਂ ਵੱਡਾ ਸਹਿਯੋਗੀ ਹੈ। ਇਸ ਵਿਚਾਲੇ ਤਾਇਵਾਨ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ ਚੀਨੀ ਜਹਾਜ਼ਾਂ ਨੂੰ ਖਦੇੜਨ ਲਈ ਆਪਣੇ ਫਾਈਟਰ ਜੈਟ ਭੇਜ ਦਿੱਤੇ ਅਤੇ ਮਿਜ਼ਾਈਲਾਂ ਤੈਨਾਤ ਕਰ ਦਿੱਤੀਆਂ। ਤਾਇਵਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਬੀਤੀ 1 ਅਕਤੂਬਰ ਤੋਂ ਚੀਨ ਦੀ ਹਵਾਈ ਫੌਜ ਲਗਾਤਾਰ ਤਾਇਵਾਨ ਹਵਾਈ ਖੇਤਰ ਵਿੱਚ ਬਿਨਾਂ ਆਗਿਆ ਦੇ ਘੁਸਪੈਠ ਕਰ ਰਹੀ ਹੈ। ਹੁਣ ਤੱਕ 93,000 ਸਿਰਫ 3 ਦਿਨ ਦੇ ਅੰਦਰ ਘੁਸਪੈਠ ਕਰ ਚੁੱਕੇ ਹਨ। ਇਸ ਵਿਚਾਲੇ ਚੀਨ ਨੇ ਅਜੇ ਇਸ ਮਾਮਲੇ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। ਸ਼ੁੱਕਰਵਾਰ ਨੂੰ 38, ਸ਼ਨੀਚਰਵਾਰ ਨੂੰ 39 ਅਤੇ ਭੇਜਣ ਮਗਰੋਂ ਚੀਨ ਨੇ ਐਤਵਾਰ ਨੂੰ ਵੀ 16 ਲੜਾਕੂ ਜਹਾਜ਼ ਤਾਇਵਾਨ ਹਵਾਈ ਖੇਤਰ ਵਿੱਚ ਭੇਜ ਦਿੱਤੇ। ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਬਾਨੀ ਡਾਕਟਰ SP ਸਿੰਘ ਓਬਰਾਏ, ਜੋ ਕਿ ਸਮਾਜ ਸੇਵਾ ਵਿੱਚ ਅੱਵਲ ਦਰਜੇ ਦੇ ਨਾਂ ਨਾਲ ਜਾਣੇ ਜਾਂਦੇ ਹਨ, ਉਹਨਾਂ ਵੱਲੋਂ ਵਿਸ਼ਵ ਪੱਧਰ ਤੇ ਵੱਖ-ਵੱਖ ਸਮਾਜ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਇਸੇ ਤਹਿਤ ਪਿੰਡਾਂ ਦੇ ਲੋੜਵੰਦ ਖਿਡਾਰੀਆਂ ਲਈ ਇੱਕ ਹੋਰ ਵੱਡਾ ਉਪਰਾਲਾ ਕੀਤਾ ਗਿਆ ਹੈ ਤਾਂ ਜੋ ਇਹ ਬੱਚੇ ਮਾੜੀ ਸੰਗਤ ਵਿੱਚ ਨਾ ਪੈ ਕੇ ਚੰਗੇ ਖਿਡਾਰੀ ਬਣ ਕੇ ਨਿਕਲਣ ਅਤੇ ਆਪਣੇ ਦੇਸ਼ ਦਾ ਨਾਂ ਰੌਸ਼ਨ ਕਰ ਸਕਣ। ਇਸੇ ਮੁਹਿੰਮ ਸਦਕਾ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਨੌਕਆਊਟ ਮੁੱਕੇਬਾਜ਼ ਬਾਕਸਿੰਗ ਇੰਡੀਆ ਅਕੈਡਮੀ ਸ਼ਹੀਦ ਊਧਮ ਸਿੰਘ ਸਟੇਡੀਅਮ ਸਨੌਰ ਵਿਖੇ ਬਾਕਸਿੰਗ ਦੇ ਖਿਡਾਰੀਆਂ ਨੂੰ ਪ੍ਰੈਕਟਿਸ ਕਰਨ ਲਈ ਬਾਕਸਿੰਗ ਰਿੰਗ ਦਿੱਤਾ ਗਿਆ, ਜਿਸ ਦਾ ਰਸਮੀ ਉਦਘਾਟਨ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੈਨੇਜਿੰਗ ਟਰਸਟੀ ਡਾਕਟਰ SP ਸਿੰਘ ਓਬਰਾਏ ਅਤੇ ਸੰਯੁਕਤ ਸਕੱਤਰ ਪੰਜਾਬ ਐਸੋਸੀਏਸ਼ਨ ਬਾਕਸਿੰਗ ਸ੍ਰੀ ਸੰਤੋਸ਼ ਕੁਮਾਰ ਦੱਤਾ ਦੇ ਵਿਸ਼ੇਸ਼ ਸਹਿਯੋਗ ਨਾਲ ਕੀਤਾ ਗਿਆ। ਇਸ ਦੌਰਾਨ ਪ੍ਰਧਾਨ ਜੱਸਾ ਸਿੰਘ ਸੰਧੂ, ਸਲਾਹਕਾਰ ਤੇ ਮੈਡੀਕਲ ਡਾਕਟਰ ਦਲਜੀਤ ਸਿੰਘ ਗਿੱਲ, ਡਾਇਰੈਕਟਰ ਤੇ ਮੈਡੀਕਲ ਡਾਕਟਰ RS ਅਟਵਾਲ, ਡਾਇਰੈਕਟਰ ਸਿੱਖਿਆ ਸ੍ਰੀਮਤੀ ਇੰਦਰਜੀਤ ਕੌਰ ਗਿੱਲ, ਬਾਕਸਿੰਗ ਕੋਚ ਘਨੌਰ ਸ੍ਰੀ ਅਨੂਦੀਪ ਆਦਿ ਸ਼ਾਮਲ ਸਨ। ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿੱਚ ਕਿਸਾਨਾਂ ਅਤੇ ਪ੍ਰਸ਼ਾਸਨ ਦੇ ਵਿੱਚ ਇੱਕ ਸਮਝੌਤੇ ਦੇ ਬਾਅਦ ਸੜਕ ਉੱਤੇ ਰੱਖੇ ਗਏ ਕਿਸਾਨਾਂ ਦੀਆਂ ਲਾਸ਼ਾਂ ਨੂੰ ਹਟਾ ਕੇ ਅੰਦੋਲਨ ਨੂੰ ਖਤਮ ਕਰ ਦਿੱਤਾ ਗਿਆ ਹੈ। ਸਰਕਾਰ ਨੇ ਮਰਨ ਵਾਲੇ ਹਰੇਕ ਕਿਸਾਨ ਦੇ ਪਰਿਵਾਰ ਨੂੰ 45 ਲੱਖ ਰੁਪਏ, ਜ਼ਖਮੀਆਂ ਨੂੰ 10 ਲੱਖ ਰੁਪਏ ਤੇ ਮਾਮਲੇ ਦੀ ਨਿਆਇਕ ਜਾਂਚ ਦਾ ਵਾਅਦਾ ਕੀਤਾ ਹੈ। ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਸ ਮਹੀਨੇ ਦੇ ਅੰਦਰ ਮੁਲਜ਼ਮਾਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹ ਮੁੜ ਸੜਕਾਂ ਤੇ ਉਤਰਨਗੇ। ਲਖੀਮਪੁਰ ਮਾਮਲੇ ਨੂੰ ਲੈ ਕੇ ਕੱਲ ਦਿਨ ਭਰ ਸਿਆਸਤ ਗਰਮ ਰਹੀ। यूपी सरकार ने धारा 144 लगा के नेतावां नूं लखीमपुर जाण तो रोक दिता। मुख विरोधी पार्टियां दे कई प्रमुख नेतावां नूं हिरासत विच ले लिया गया। भावें वो कांग्रेस की जनरल सकत्तर प्रियंका गांधी, सपा प्रधान अखिलेश यादव या बसपा के सतीश मिश्रा होण। कांग्रेस की जनरल सकत्तर प्रियंका गांधी नूं धारा 144 लगा के लखीमपुर जाण तो रोक दिता गया सी।
सोमवार शाम ਨੂੰ ਕਾਂਗਰਸੀ ਵਰਕਰਾਂ ਨੇ ਸੀਤਾਪੁਰ ਦੇ ਗੈਸਟ ਹਾਊਸ ਦੇ ਬਾਹਰ ਕੈਂਡਲ ਮਾਰਚ ਕੱਢਿਆ। ਪ੍ਰਿयंका ਦੀ ਨਜ਼ਰਬੰਦੀ ਦਾ ਵਿਰੋਧ ਕੀਤਾ, ਜਿੱਥੇ ਉਸ ਨੂੰ ਹਿਰਾਸਤ ਵਿੱਚ ਰੱਖਿਆ ਗਿਆ ਹੈ। ਲਖੀਮਪੁਰ ਖੀਰੀ ਵਿੱਚ ਕਿਸਾਨਾਂ ਦੀ ਮੌਤ ਦੇ ਵਿਰੁੱਧ ਦੇਸ਼ ਦੇ ਕਈ ਰਾਜਾਂ ਵਿੱਚ ਪ੍ਰਦਰਸ਼ਨ ਹੋਏ। ਸਿਆਸੀ ਪਾਰਟੀਆਂ ਨੂੰ ਵੀ ਉੱਥੇ ਜਾਣ ਤੋਂ ਰੋਕਿਆ ਗਿਆ। ਇਸੇ ਦੌਰਾਨ ਕਾਂਗਰਸ ਨੇ ਪ੍ਰਿयंका ਗਾਂਧੀ ਦੀ ਨਜ਼ਰਬੰਦੀ ਦੇ ਵਿਰੋਧ ਵਿੱਚ ਜੈਪੁਰ ਵਿੱਚ ਇੱਕ ਮੋਮਬੱਤੀ ਮਾਰਚ ਕੱਢਿਆ ਤੇ ਪ੍ਰਦਰਸ਼ਨ ਕੀਤਾ। ਕੈਲੀਫੋਰਨੀਆ ਵਿੱਚ ਇਸ ਸਾਲ ਲੱਗੀਆਂ ਜੰਗਲੀ ਅੱਗਾਂ ਨੇ ਜਿੱਥੇ ਭਾਰੀ ਨੁਕਸਾਨ ਕੀਤਾ ਹੈ, ਉੱਥੇ ਹੀ ਅੱਗਾਂ ਕਾਰਨ ਪੈਦਾ ਹੋਏ ਧੂਏ ਨੇ ਵਾਤਾਵਰਣ ਦੀ ਗੁਣਵੱਤਾ ਨੂੰ ਵੀ ਵਿਗਾੜਿਆ ਹੈ। ਕੈਲੀਫੋਰਨੀਆ ਵਿੱਚ ਸਾਨ ਜੋਇਕ ਵੈਲੀ 에ਅਰ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ KNP ਕੰਪਲੈਕਸ ਅਤੇ ਹੋਰ ਅੱਗਾਂ ਨਾਲ ਪੈਦਾ ਹੋਏ ਧੂਏ ਕਾਰਨ ਸੈਂਟਰਲ ਵੈਲੀ ਦੇ ਵਸਨੀਕ ਪੂਰੇ ਹਫ਼ਤੇ ਦੌਰਾਨ ਪ੍ਰਭਾਵਿਤ ਹੁੰਦੇ ਹਨ। ਧੂਏ ਦੇ ਸੰਬੰਧ ਵਿੱਚ ਸਾਨ ਜੋਆਕਿਨ ਵੈਲੀ 에ਅਰ ਪ੍ਰਦੂਸ਼ਣ ਡਿਸਟ੍ਰਿਕਟ ਤੋਂ ਇੱਕ ਸਲਾਹਕਾਰੀ ਚੇਤਾਵਨੀ ਵੀ ਵੀਰਵਾਰ 30 ਸਤੰਬਰ ਨੂੰ ਜਾਰੀ ਕੀਤੀ ਗਈ ਸੀ। ਵਾਤਾਵਰਣ ਮਾਹਿਰਾਂ ਅਨੁਸਾਰ ਜੰਗਲੀ ਅੱਗਾਂ ਕਾਰਨ ਪੈਦਾ ਹੋਏ ਧੂਏ ਦੇ ਜ਼ਹਿਰੀਲੇ ਕਣ ਗੰਭੀਰ ਬਿਮਾਰੀਆਂ ਜਿਵੇਂ ਕਿ ਦਮਾ, ਐਲਰਜੀ, ਦਿਲ ਦੇ ਦੌਰੇ ਆਦਿ ਦੇ ਖਤਰੇ ਨੂੰ ਵਧਾ ਸਕਦੇ ਨੇ। 에ਅਰ ਡਿਸਟ੍ਰਿਕਟ ਅਥਾਰਟੀ ਦੁਆਰਾ ਦਿਲ ਜਾਂ ਫੇਫੜਿਆਂ ਦੀ ਬਿਮਾਰੀ ਵਾਲੇ ਵਿਅਕਤੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਕਿਸੇ ਖਾਸ ਸਮੱਸਿਆ ਦੇ ਸੰਪਰਕ ਵਿੱਚ ਆਉਣ ਵੇਲੇ ਡਾਕਟਰ ਦੀ ਸਲਾਹ ਦੀ ਪਾਲਣਾ ਕਰਨ। ਇਸ ਦੇ ਇਲਾਵਾ ਅਧਿਕਾਰੀਆਂ ਅਨੁਸਾਰ ਸੈਂਟਰਲ ਵੈਲੀ ਨੂੰ ਪ੍ਰਭਾਵਿਤ ਕਰਨ ਵਾਲੀ ਜੰਗਲ ਦੀ ਅੱਗ ਦੇ ਧੂਏ ਦੇ ਸੰਪਰਕ ਅਸਰ ਤੋਂ ਆਪਣੇ ਆਪ ਨੂੰ ਬਚਾਉਣ ਦੇ ਸਾਧਨਾਂ ਬਾਰੇ ਵਧੇਰੇ ਜਾਣਕਾਰੀ ਸਾਨ ਜੋਆਕਿਨ ਵੈਲੀ 에ਅਰ ਦੀ ਵੈਬਸਾਈਟ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਬਰਤਾਨੀਆ ਵੱਲੋਂ ਕਥਿਤ ਤੌਰ ਉੱਤੇ ਆਸਾਨ ਕੀਤੀ ਗਈ ਕੌਮਾਂਤਰੀ ਯਾਤਰਾ ਪ੍ਰਣਾਲੀ ਲਾਗੂ ਹੋ ਗਈ ਹੈ, ਪਰ ਇਸ ਨਾਲ ਬਰਤਾਨੀਆ ਦੀ ਯਾਤਰਾ ਕਰ ਰਹੇ ਟੀਕਾ ਲਗਵਾ ਚੁੱਕੇ ਭਾਰਤੀਆਂ ਨੂੰ ਕੋਈ ਰਾਹਤ ਨਹੀਂ ਮਿਲੀ ਹੈ। ਪਿਛਲੇ ਮਹੀਨੇ ਲਿਆਂਦੇ ਗਏ ਨਵੇਂ ਨਿਯਮਾਂ ਤਹਿਤ ਟੀਕੇ ਦੀਆਂ ਖੁਰਾਕਾਂ ਲਗਵਾ ਚੁੱਕੇ ਭਾਰਤੀ ਯਾਤਰੀਆਂ ਨੂੰ ਮਾਨਤਾ ਨਾ ਦੇ ਕੇ ਬਰਤਾਨੀਆ ਨੇ ਭਾਰਤ ਨੂੰ ਨਾਰਾਜ਼ ਕਰ ਦਿੱਤਾ ਸੀ। ਬਰਤਾਨੀਆ ਨੇ ਟੀਕਿਆਂ ਦੀ ਸੂਚੀ ਵਿੱਚ ਭਾਰਤ ਵਿੱਚ ਬਣੀ ਕੋਵਿਸ਼ੀਲਡ ਹੋਣ ਦੇ ਬਾਵਜੂਦ ਅਜਿਹਾ ਕੀਤਾ। ਉਧਰ ਬਰਤਾਨੀਆ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਉਹ ਭਾਰਤ ਸਣੇ ਕੌਮਾਂਤਰੀ ਸਾਂਝੇਦਾਰਾਂ ਨਾਲ ਕੰਮ ਕਰ ਰਹੇ ਹਨ ਤਾਂ ਜੋ ਪੜਾਅਵਾਰ ਪ੍ਰਕਿਰਿਆ ਰਾਹੀਂ ਇਹ ਕੀਤਾ ਜਾ ਸਕੇ। ਜਾਪਾਨ ਦੀ ਸੰਸਦ ਨੇ ਅੱਜ ਫੂਮੀਓ ਕਿਸ਼ੀਦਾ ਨੂੰ ਪ੍ਰਧਾਨ ਮੰਤਰੀ ਚੁਣ ਲਿਆ। ਕਿਸ਼ੀਦਾ ਸਾਹਮਣੇ ਦੇਸ਼ ਵਿੱਚ ਛੇਤੀ ਹੀ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਕਰੋਨਾ ਮਹਾਮਾਰੀ ਅਤੇ ਚੀਨ ਤੇ ਉੱਤਰ ਕੋਰੀਆ ਤੋਂ ਸੁਰੱਖਿਆ ਖਤਰਿਆਂ ਨਾਲ ਤੇਜ਼ੀ ਨਾਲ ਨਜਿੱਠਣ ਦੀਆਂ ਚੁਣੌਤੀਆਂ ਹਨ। ਕਿਸ਼ੀਦਾ ਦੀ ਪਾਰਟੀ ਅਤੇ ਇਸ ਦੇ ਗੱਠਜੋੜ ਭਾਈਵਾਲ ਦਾ ਦੋਵਾਂ ਸਦਨਾਂ ਵਿੱਚ ਬਹੁਮਤ ਹੋਣ ਕਾਰਨ ਉਸਨੇ ਸਭ ਤੋਂ ਵੱਡੀ ਵਿਰੋਧੀ ਧਿਰ ਕੰਸਟੀਟਿਊਸ਼ਨਲ ਡੈਮੋਕ੍ਰੈਟਿਕ ਪਾਰਟੀ ਆਫ ਜਾਪਾਨ ਦੇ ਮੁਖੀ ਯੂਕੀਓ ਐਡਾਨਾ ਖਿਲਾਫ ਜਿੱਤ ਦਰਜ ਕੀਤੀ। ਕਿਸ਼ੀਦਾ ਅਤੇ ਉਸਦੀ ਨਵੀਂ ਵਜ਼ਾਰਤ ਨੂੰ ਬਾਅਦ ਵਿੱਚ ਸਹੁੰ ਚੁਕਾਈ ਜਾਵੇਗੀ। ਅਮਰੀਕਾ ਦੇ ਮਿਲਵਾਕੀ 'ਚ ਸ਼ਨੀਵਾਰ ਨੂੰ ਗੋਲੀਬਾਰੀ ਦੀ ਇੱਕ ਦੁਖਦਾਈ ਘਟਨਾ ਵਾਪਰੀ ਹੈ, ਜਿਸ ਵਿੱਚ ਇੱਕ 11 ਸਾਲਾ ਬੱਚੀ ਦੀ ਮੌਤ ਹੋ ਗਈ ਜਦਕਿ ਉਸਦੀ 5 ਸਾਲਾ ਭੈਣ ਜ਼ਖਮੀ ਹੋ ਗਈ। ਇਸ ਘਟਨਾ ਵਿੱਚ ਇੱਕ ਕਾਰ ਸਵਾਰ ਹਮਲਾਵਰ ਵੱਲੋਂ ਰਸਤੇ ਵਿੱਚ ਜਾ ਰਹੀ ਦੂਜੀ ਕਾਰ ਉੱਤੇ ਗੋਲੀਬਾਰੀ ਕੀਤੀ ਗਈ। ਪੁਲਿਸ ਨੇ ਦੱਸਿਆ ਕਿ ਇਸ ਗੋਲੀਬਾਰੀ ਵਿੱਚ ਮਰਨ ਵਾਲੀ 11 ਸਾਲਾ ਲੜਕੀ ਤਾਨੀਲਾ ਪਾਰਕਰ ਤੇ ਉਸਦੀ ਛੋਟੀ ਭੈਣ ਆਪਣੇ ਰਿਸ਼ਤੇਦਾਰਾਂ ਦੇ ਨਾਲ ਇੱਕ ਕਾਰ ਵਿੱਚ ਬੈਠੇ ਸਨ। ਇਸੇ ਦੌਰਾਨ ਇੱਕ ਦੂਜੀ ਗੱਡੀ ਨੇ ਰਾਤ 9 ਵਜੇ ਦੇ ਕਰੀਬ ਉਹਨਾਂ ਤੇ ਗੋਲਾਬਾਰੀ ਹੋਈ। ਇਹ ਉੱਤਰ ਪੱਛਮੀ ਮਿਲਵਾਕੀ ਦੇ ਸ਼ਰਮਨ ਪਾਰਕ ਇਲਾਕੇ ਵਿੱਚ ਵਾਪਰੀ। ਅਧਿਕਾਰੀਆਂ ਨੇ ਦੱਸਿਆ ਕਿ ਗੋਲੀਆਂ ਲੱਗੀਆਂ ਦੋਵੇਂ ਭੈਣਾਂ ਨੂੰ ਫਿਰ ਨੇੜਲੇ ਪੁਲਿਸ ਸਟੇਸ਼ਨ ਲਿਜਾਇਆ ਗਿਆ, ਜਿੱਥੇ ਪੈਰਾਮੈਡੀਕਲ ਪਹੁੰਚਣ ਤੱਕ ਅਧਿਕਾਰੀਆਂ ਨੇ ਮੁੱਢਲੀ ਸਹਾਇਤਾ ਕੀਤੀ ਤੇ ਬਾਅਦ ਵਿੱਚ ਲੜਕੀਆਂ ਨੂੰ ਮਿਲਵਾਕੀ ਦੇ ਚਿਲਡਰਨ ਹਸਪੀਟਲ ਵਿੱਚ ਲਿਜਾਇਆ ਗਿਆ, ਜਿੱਥੇ ਐਤਵਾਰ ਨੂੰ ਤਾਨੀਲਾ ਨੇ ਦਮ ਤੋੜ ਦਿੱਤਾ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਫਿਲਹਾਲ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ, ਜਦਕਿ ਇਸ ਗੋਲਾਬਾਰੀ ਦੇ ਕਾਰਨ ਤੇ ਸ਼ੱਕੀ ਲੋਕਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਕੁਝ ਘੰਟਿਆਂ ਵਿੱਚ ਮਾਰਕ ਜ਼ਕਰਬਰਗ ਦੀ ਨਿੱਜੀ ਜਾਇਦਾਦ ਵਿੱਚ ਲਗਭਗ $7 ਬਿਲੀਅਨ ਦੀ ਗਿਰਾਵਟ ਆਈ ਹੈ, ਜਿਸ ਨਾਲ ਉਹ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਇੱਕ ਨੰਬਰ ਤੋਂ ਹੇਠਾਂ ਆ ਗਿਆ। ਮਸ਼ਹੂਰ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ, ਇੰਸਟਾਗ੍ਰਾਮ ਅਤੇ WhatsApp ਦੀਆਂ ਸੇਵਾਵਾਂ ਪ੍ਰਭਾਵਿਤ ਹੋਈਆਂ, ਜਿਸ ਕਾਰਨ ਵਿਸ਼ਵ ਵਿਆਪੀ ਹੰਗਾਮਾ ਹੋਇਆ। ਇਸ ਦੇ ਕਾਰਨ ਫੇਸਬੁੱਕ ਦੇ ਸ਼ੇਅਰਾਂ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਅਤੇ ਕੰਪਨੀ ਦੇ CEO ਮਾਰਕ ਜ਼ਕਰਬਰਗ ਦੀ ਸੰਪਤੀ ਇੱਕ ਦਿਨ ਵਿੱਚ $7 ਬਿਲੀਅਨ ਘਟ ਗਈ। ਉਹ ਦੁਨੀਆ ਦੇ ਅਮੀਰਾਂ ਦੀ ਸੂਚੀ ਵਿੱਚ ਇੱਕ ਸਥਾਨ ਖਿਸਕ ਕੇ 5ਵੇਂ ਨੰਬਰ ਤੇ ਆ ਗਏ। ਸੋਮਵਾਰ ਨੂੰ ਫੇਸਬੁੱਕ ਦੇ ਸ਼ੇਅਰ 4.9% ਡਿੱਗੇ। ਇਸ ਤਰ੍ਹਾਂ ਸਤੰਬਰ ਦੇ ਅੱਧ ਤੋਂ ਕੰਪਨੀ ਦਾ ਸਟਾਕ ਲਗਭਗ 15% ਡਿੱਗ ਗਿਆ ਹੈ। ਬਲੂਮਬਰਗ ਬਿਲੀਅਨੇਰਸ ਇੰਡੈਕਸ ਦੇ ਅਨੁਸਾਰ ਫੇਸਬੁੱਕ ਦੇ ਸ਼ੇਅਰਾਂ ਵਿੱਚ ਗਿਰਾਵਟ ਦੇ ਕਾਰਨ ਜ਼ਕਰਬਰਗ ਦੀ ਸੰਪਤੀ $6.11 ਅਰਬ ਘਟ ਕੇ $122 ਅਰਬ ਰਹਿ ਗਈ ਹੈ। ਕੁਝ ਦਿਨ ਪਹਿਲਾਂ $140 ਅਰਬ ਦੀ ਜਾਇਦਾਦ ਦੇ ਨਾਲ ਅਮੀਰਾਂ ਦੀ ਸੂਚੀ ਵਿੱਚ ਚੌਥੇ
ਨੰਬਰ ਤੇ ਪਹੁੰਚ ਗਿਆ ਸੀ, पर हुण ਉਹ ਦੁਬਾਰਾ ਬਿਲ ਗੇਟਸ ਦੇ ਪਿੱਛੇ ਹੈ। ਗੇਟਸ 124 ਅਰਬ ਡਾਲਰ ਦੀ ਸੰਪਤੀ ਦੇ ਨਾਲ ਇਸ ਸੂਚੀ ਵਿੱਚ ਚੌਥੇ ਨੰਬਰ ਤੇ ਹਨ। ਫੇਸਬੁੱਕ ਅਤੇ ਇਸ ਨਾਲ ਜੁੜੇ ਇੰਸਟਾਗ੍ਰਾਮ ਅਤੇ WhatsApp ਦੀ ਸੇਵਾ सोमवार ਨੂੰ ਕਈ ਘੰਟਿਆਂ ਲਈ ਬੰਦ ਰਹੀ। ਤਿੰਨੋਂ ਸੋਸ਼ਲ ਨੈਟਵਰਕਿੰਗ ਸਾਈਟਾਂ सोमवार ਰਾਤ ਕਰੀਬ 9:15 ਤੇ ਰੁਕ ਗਈਆਂ। फेसबुक, WhatsApp ਅਤੇ इंस्टाग्राम ने मंगलवार सवेरे 4 ਵਜੇ फिर तो काम करना शुरू कर दिता, पर इसकी गति बहुत हौली है। सेवा बहाल होने तो बाद फेसबुक ने ट्विटर ते कहा, सानू दुनिया भर दे उन्हां लोकां ते कारोबारां लई अफसोस है जो साडे ते निर्भर हन। असीं अपने ऐप्स ਅਤੇ सेवावां नू पूरी तरह बहाल करन लई सख्त मेहनत कर रहे हां। सानू ਇਹ ਦੱਸਦੇ ਹੋਏ खुशी हो रही है कि ਉਹ ਦੁਬਾਰਾ ऑनलाइन हो गए ਹਨ। ਸਾਡੇ ਨਾਲ ਰਹਿਣ ਲਈ ਤੁਹਾਡਾ ਧੰਨਵਾਦ। पनामा पेपर लीक के बाद हुण पंडोरा पेपर लीक ने दुनिया भर विच हलचल पैदा कर दी है। पंडोरा पेपर लीक ने दुनिया दीयां कई वड्डियां हस्तियां दे गुप्त लैण देण दा खुलासा किया। दुनिया भर दीयां 14 कंपनियां तो मिलियां तकरीबन 1 करोड़ 20 लाख फाइलों की समीक्षा ने विश्व के सैकड़े नेतावां, अरबपतियां, मशहूर हस्तियां, धार्मिक नेतावां अते नशीले पदार्थों के कारोबार विच शामिल लोकां दे उन्हां निवेशां दा पर्दाफाश किया है जिन्हां नूं पिछले 25 सालों तो हवेलियां, समुंदर तट ते बणियां विशेष जायदादां, किश्तियां अते होर जायदादां दे माध्यम नाल लुकोया गया सी। पंडोरा पेपर्स वल्लों जाने जांदे वित्ती रिकार्डां दे एक बेमिसाल लीक ने एशिया ते मध्य पूरब तो लैटिन अमेरिका तक दे दर्जनां मौजूदा अते साबका विश्व नेतावां अते सैकड़े सियासतदानां दी वित्ती संपत्ति दा खुलासा किया है। इंटरनेशनल कंसोर्टियम ऑफ इन्वेस्टिगेटिव जर्नलिस्ट दी एक जांच विच इह गल सामने आई है। ICIJ दी जांच दी पंडोरा पेपर्स नूं 117 देशां दे 600 पत्रकारां द्वारा 2 सालां दी खोज तो बाद सामने लिआंदा गया है, जिस विच लगभग 11.9 मिलियन दस्तावेज हैं। ICIJ ने 14 ਵੱਖ-ਵੱਖ कानूनी ਅਤੇ ਵਿੱਤੀ सेवावां फर्मां तो 11.9 मिलियन गुप्त दस्तावेज प्राप्त किए, जिस बारे समूह ने कहा कि इस जरिए एक अजिहे उद्योग ते व्यापक नज़र देने की पेशकश की गई है जो विश्व के अत अमीर, शक्तिशाली सरकारी अधिकारियों, वकीलों ਅਤੇ होर उच्च वर्ग की टैक्सां तो अरबां डॉलर लुकाउण विच सहायता करता है। ਜ਼ਿਆਦਾਤਰ ਘੱਟ टैक्स के अधिकार खेत्रां विच ऑफशोर खातियां द्वारा पैसा भेजना कई देशों विच कानूनी है ਅਤੇ डाटा रिलीज विच नाम दिते गए बहुत सारे लोगों ते अपराधक गलत काम करने का दोष नहीं है। पर पत्रकार समूह ने कहा कि 2.94 टेराबाइट्स वित्ती ਅਤੇ कानूनी आंकड़े जो कि इस लीक नूं 2016 के पनामा पेपर्स की जारी किए जाने तो वड्डा बनाउंदा है, दिखाउंदा है कि ऑफशोर मनी मशीन दुनिया के सब तो वड्डे लोकतंत्रां समेत धरती के हर कोने विच काम करती है ਅਤੇ इस विच दुनिया के कुछ मशहूर बैंक ਅਤੇ कानूनी फर्मां शामिल हैं। मध्यकाली चोणां दौरान सारियां पार्टियां नालों वध सीटां हासिल करके मुड़ कनेडा की सत्ता ते काबज हुई लिबरल पार्टी जल्द ही नवे मंत्री मंडल का गठन करन जा रही। इस दरमियान इलैक्शन कनेडा क्यूबिक की एक राइडिंग ते वोटां की मुड़ गिणती कराउण जा रहा है। लिबरल उम्मीदवार की बेनती ते इलैक्शन कनेडा ने क्यूबिक की झटके लैकोल राइडिंग ते वोटां की मुड़ गिणती कराउण लई सहमति जताई है। कैनेडा की चीफ इलैक्टोरल अफसर स्टीफन पॉटिल ने इसकी पुष्टि करदिआं दस्सिआ कि लिबरल उम्मीदवारां की बेनती मगरों क्यूबिक की चौटकुए लैकोल राइडिंग ते वोटां की मुड़ गिणती कराउण दा फैसला लिया गया। इस राइडिंग ते पहली बार 2015 विच जित दर्ज करने वाले लिबरल उम्मीदवार बैरेंडा शाहनहान नूं इस बार ब्लॉक क्यूबैक पार्टी के उम्मीदवार पैट्रिक ओहारा ने 286 वोटां नाल हरा दिता है। पर लिबरलां नूं शक है कि इस राइडिंग ते बैलेट बॉक्स नाल छेड़छाड़ हुई है। इस शक के चलदिआं उन्हां ने वोटां की मुड़ गिणती कराउण लई बेनती की सी, जिस दे लई इलैक्शन कनेडा ने हामी भर दी है। इस राइडिंग ते अगले हफ्ते दोबारा गिणती होएगी। दस दिए कि मध्यकाली चोणां मगरों कनेडा विच भावें लिबरल पार्टी मुड़ सत्ता विच परत आई है, पर प्रधानमंत्री जस्टिन ट्रूडो की बहु गिणती सरकार बनाउण दीआं उम्मीदां नूं बूर नहीं पिया। भारत ने पाकिस्तान की यह कहते हुए सख्त आलोचना की है कि वह संयुक्त राष्ट्र के सिद्धांतों की परवाह किए बिना अपने गुआढ़ियों खिलाफ बार बार सरहद पार अतवाद नाल हाथ मिला रहा है। संयुक्त राष्ट्र महासभा UNGA के 76वें सैशन च फर्स्ट कमेटी जनरल डिबेट विच अपने उत्तर के अधिकार च सोमवार नूं संयुक्त राष्ट्र विच भारत के स्थाई मिशन के सलाहकार A अमरनाथ ने कहा कि पाकिस्तान का स्थाई प्रतिनिधि इत्थे शांति सुरक्षा बारे गल करता है, जदों कि उन्हां दे प्रधानमंत्री इमरान खान उसामा बिन लादेन वर्गे ग्लोबल अतवादियों नूं शहीदां दे
रूप नाल देखते हैं। उन्होंने अगे कहा कि बहुपक्षी मंचां ते झूठ फैलाउण दी पाकिस्तान दीआं बेताब कोशिशां समूहिक अपमान दे पात्र हन। पाकिस्तान ने भारत खिलाफ जम्मू कश्मीर ते लद्दाख के संबंध विच कई बेबुनियाद दोष लाए हैं। अमरनाथ ने अगे कहा है कि मैं ये दोहराना चाहता हाँ कि जम्मू ते कश्मीर का पूरा खेतर भारत का अनिखड़वा अंग है ते रहेगा। उस विच वो खेतर शामिल है जिस ते पाकिस्तान ने नजायज़ कब्जा किया हुआ है। ब्रिटेन की राजधानी लंडन विच सोमवार नूं वातावरण कर्मचारियों ने कई जगह प्रदर्शन किया ते भीड़ वाले प्रमुख मार्गां नूं बंद कर दिता। इस कारण कई जगह आवाजाही प्रभावित हुई। पुलिस ने 38 प्रदर्शनकारियों नूं गिरफ्तार किया। वातावरण कर्मचारियों ने ब्रिटिश सरकार वालों एक दहाके के अंदर सारे घरां नूं जैविक ईंधन तो मुक्त कराउण दी मांग की। इंसुलेट ब्रिटेन नामक संस्था बीते कई हफ्तों तो राजधानी लंडन विच विरोध प्रदर्शन आयोजित कर रही है। इन्हां प्रदर्शनों विच राजधानी दीआं कई प्रमुख सड़कों नूं बंद किया गया है। संस्था ने कहा कि 50 लोगों ने लंडन विच 4 प्रमुख मार्गों नूं बंद कर दिता सी, जिस विच ब्लैक वॉल टनल भी शामिल है जो पूर्वी लंडन विच टेम्स नदी के प्रमुख मार्गों विचों एक है। दक्षिणी लंडन विच वेंड्सवर्थ ब्रिज, पश्चिमी लंडन विच हैंगर लेन और राजधानी के उत्तर विच अर्नोस ग्रोव नूं भी बंद किया गया। अमेरिकी स्टेट अरकानसास के एक पार्क विच एक औरत नूं 4.38 कैरेट का एक पीला हीरा मिलिया है। कैलीफोर्निया स्टेट नाल संबंधित नॉरीन रेडबर्ग नां दी इस औरत नूं यह हीरा अरकानसास के क्रेटर ऑफ डायमंड स्टेट पार्क विच मिलिया। ग्रेनाइट बे कैलीफोर्निया की नॉरीन रेडबर्ग अपने पति माइकल नाल 23 सितंबर नूं हॉट स्प्रिंग्स नैशनल पार्क का दौरा कर रही सी। इस दौरान उसने क्रेटर ऑफ डायमंड्स पार्क विच रुकण का फैसला किया। नूरीन अनुसार उसने हीरियां वाले इस पार्क नूं पहली बार कई साल पहला एक टीवी शो विच वेख्या सी। ਉਹ ਅਤੇ ਉਸਦਾ पति मीह पैण तो कुछ दिन बाद 23 सितंबर ਨੂੰ पार्क विच गए जिस नाल हीरा मिलण ਦੇ हालात बन गए। अरकानसास इकलौता जिहा सूबा है जिथे जंतक हीरे की खान है। ਜਦੋਂ सैलानी हीरे ਲੱਭਦੇ ਹਨ ਤਾਂ ਉਹ ਉਹਨਾਂ ਨੂੰ ਪਾਰਕ ਦੇ ਡਾਇਮੰਡ ਡਿਸਕਵਰੀ ਸੈਂਟਰ ਵਿੱਚ ਲੈ ਜਾਂਦੇ ਹਨ। ਇਸ ਸੈਂਟਰ ਨੇ ਹੀ ਰੈਡਬਰਗ ਨੂੰ ਮਿਲੇ ਹੀਰੇ ਦੀ ਪੁਸ਼ਟੀ ਕੀਤੀ ਸੀ। ਇਸ ਪਾਰਕ ਦੇ ਅਨੁਸਾਰ ਕ੍ਰੇਟਰ ਆਫ ਡਾਇਮੰਡਸ ਵਿਖੇ 906 ਤੋਂ ਬਾਅਦ 75000 ਤੋਂ ਜ਼ਿਆਦਾ ਹੀਰੇ ਖੋਜੇ ਗਏ ਨੇ। ਹਾਲਾਂਕਿ ਨੌਰੀਨ ਨੂੰ ਮਿਲੇ ਹੀਰੇ ਦੀ ਕੀਮਤ ਅਜੇ ਸਪਸ਼ਟ ਨਹੀਂ, ਪਰ ਉਸ ਅਨੁਸਾਰ 1990 ਵਿੱਚ ਪਾਰਕ 'ਚ ਮਿਲਿਆ 3.3 कैरेट का हीरा बाद विच गोल आकार दे नाल 1.9 कैरेट का कट्टिया गया सी अते सोने की मुंदरी च सैट किया गया। कैलीफोर्निया विच हटिंगटन बीच के खेतर विच होण वालियां जनतक गतिविधियां नूं वड्डी मात्रा विच तेल लीक होने कारण बंद किया गया है। इस संबंध में हटिंगटन बीच के मेयर किम कार ने जानकारी दिंदियां दस्सिया कि बीच नेड़ली एक तेल उत्पादन इंडस्ट्री पाइपलाइन तो शनिवार नूं 3000 बैरल तेल लीक होया जो कि लगभग 1,26,000 गैलन है। मेयर अनुसार यूएस कोस्ट गार्ड नूं शनिवार सवेरे 9 बजे के करीब तेल फैलण बारे सूचित किया गया सी अते ऐतवार सवेर तक तेल किनारे ते पहुंच गया सी। इस दौरान कार्रवाई करदियां तेल नूं बोलसा चिका वातावरण विग्यानक रिजर्व अते हटिंगटन बीच वैटलैंड्स विच फैलण तो रोकण लई स्कीमिंग उपकरण अते बूम्स तैनात किए गए हैं अते हुण तक कोस्ट गार्डां द्वारा भेजियां गईयां 9 तेल स्पिल रिकवरी किश्तियां राहीं 1281 गैलन तेल अते पानी का मिश्रण बरामद किया है। अधिकारियों ने ऐतवार सवेरे घोषणा की कि सफाई कारजां लई बीच नूं जनतक कार्रवाइयां जिवें कि तैरना, सरफ जां कसरत आदि करन नूं फिलहाल रोकिया गया है अते बीच नूं तेल रहत करन लई कार्रवाई जारी है। कैलीफोर्निया के बीच ते इस तेल संकट नाल पंछियां अते समुद्री जीवां दी जान लई भी खतरा पैदा हो गया। इस संबंधी सुपरवाइजर कैटरीना फॉली अनुसार तेल समुद्री जीवां नूं प्रभावित कर रहा है अते पंछी अते मच्छियां मर रहे हैं। इस तक हुण तक दी खबरां मैनूं वरुण कौर मान नूं दिया गया। होर खबरां दे लई साडा YouTube चैनल पंजाब मेल USA TV जरूर सबसक्राइब करो। सत श्री अकाल।